प्यारे विद्यार्थियों, सत श्री अकाल। मैं प्रियंका महाजन, साइंस मिस्ट्रैस, गवर्नमेंट गर्ल्स सीनियर सैकेंडरी स्कूल लोहियां खास जलंधर। ਅੱਜ ਤੁਹਾਨੂੰ 7ਵੀਂ ਜਮਾਤ ਦਾ ਅਧਿਆਇ ਨੰਬਰ 4 ਤਾਪ ਹੀਟ ਕਰਵਾਉਣ ਜਾ ਰਹੀ ਹਾਂ। ਬੇਟਾ, ਅਸੀਂ ਇਸ ਅਧਿਆਇ ਵਿੱਚ ਅੱਜ ਤਾਪ ਦੇ ਚਾਲਕ, ਤਾਪ ਦੇ ਰੋਧਕ, ਸੰਵਹਨ क्रिया, जल समीर, थल समीर आदि बारे पढ़ांगे। उम्मीद करती हाँ तुसी सारे विद्यार्थी इस अध्याय नूं ध्यान नाल समझोगे ते अपने विज्ञान विषय की जानकारी विच वाधा करोगे। बेटा, सब तो पहला असी एक क्रिया राही समझांगे कि किहड़ी वस्तां ताप दियां चालक हन ते किहड़ी वस्तां ताप दियां कुचालक मतलब ताप दे रोधक हन। सब तो पहला तुसी की करना है कि तुसी एक छोटा जिहा बर्तन लेना बेटा, तो उस विच गर्म पानी पा लेना है। फिर तुसी कुछ वस्तुआं घर तो ही इकट्ठियां कर सकते हो, जिमें कि स्टील का चमचा, प्लास्टिक का स्केल, पेंसिल, प्रकार आदि। ये सारी वस्तुआं नूं तुसी इकट्ठा करके गर्म पानी दे बीकर विच, गर्म पानी दे बर्तन विच पा देना है, जिस तरह कि चित्र विच दस्या गया है। तो बेटा फिर तुसी इन्हां चीज़ां नूं कुछ देर पानी विच डुबो के रखना है। कुछ देर इंतज़ार करन तो बाद तुसी इन्हां सारी वस्तां दे दूजे सिरिਆਂ नूं छू के वेखना है। हुण जदों तुसी इन्हां वस्तां दे सिरिਆਂ नूं छू के वेखोगे तां तुहानूं की पता लगेगा। बेटा, जदों तुसी स्केल दे दूजे सिरे नूं छूहोगे तां ਉਹ ਤੁਹਾਨੂੰ ठंडा प्रतीत होएगा। इसे तरह जे तुसी चम्मच दे दूजे सिरे नूं छूहोगे ਤਾਂ ਉਹ ਤੁਹਾਨੂੰ ਗਰਮ ਪ੍ਰਤੀਤ ਹੋਏਗਾ। ਪੈਨਸਿਲ ਦਾ ਦੂਜਾ ਸਿਰਾ ਤੁਹਾਨੂੰ ਠੰਡਾ ਪ੍ਰਤੀਤ ਹੋਏਗਾ ਤੇ ਜਿਹੜੀ ਪ੍ਰਕਾਰ ਤੁਸੀਂ ਵਿੱਚ ਪਾਈ ਸੀ ਉਸ ਦਾ ਦੂਜਾ ਸਿਰਾ ਤੁਹਾਨੂੰ ਗਰਮ ਪ੍ਰਤੀਤ ਹੋਏਗਾ। ਬੇਟੇ, ਅਜਿਹਾ ਕਿਉਂ ਹੋਇਆ? ਅਸਲ ਵਿੱਚ ਕਈ ਪਦਾਰਥ ਤਾਪ ਨੂੰ ਆਪਣੇ ਵਿੱਚੋਂ ਲੰਘਣ ਦਿੰਦੇ ਹਨ ਤੇ ਕਈ ਪਦਾਰਥ ਤਾਪ ਨੂੰ ਆਪਣੇ ਵਿੱਚੋਂ ਨਹੀਂ ਲੰਘਣ ਦਿੰਦੇ। ਇਸ ਕਰਕੇ ਜਿਹੜੇ ਪਦਾਰਥ ਤਾਪ ਨੂੰ ਆਪਣੇ ਵਿੱਚੋਂ ਲੰਘਣ ਦਿੰਦੇ ਹਨ ਉਹਨਾਂ ਦਾ ਦੂਜਾ ਸਿਰਾ ਗਰਮ ਹੋ ਗਿਆ, ਜਿਵੇਂ ਕਿ ਸਟੀਲ ਦਾ ਚਮਚ ਤੇ ਨਾਲ ਹੀ ਤੁਹਾਡੀ ਪ੍ਰਕਾਰ ਦਾ ਦੂਜਾ ਸਿਰਾ। ਤੇ ਜਿਨ੍ਹਾਂ ਪਦਾਰਥਾਂ ਨੇ ਤਾਪ ਨੂੰ ਆਪਣੇ ਵਿੱਚੋਂ ਨਹੀਂ ਲੰਘਣ ਦਿੱਤਾ ਉਹਨਾਂ ਦੇ ਦੂਜੇ ਸਿਰੇ ਗਰਮ ਨਹੀਂ ਹੋਏ, ਜਿਵੇਂ ਕਿ ਸਕੇਲ ਅਤੇ ਪੈਨਸਿਲ ਦੇ ਦੂਜੇ ਸਿਰੇ ਗਰਮ ਨਹੀਂ ਹੋਏ। ਤੇ ਬੇਟਾ, ਇਸ ਤਰ੍ਹਾਂ ਤੁਹਾਨੂੰ ਪਤਾ ਚੱਲਿਆ ਕਿ ਕੁਝ ਪਦਾਰਥ ਆਪਣੇ ਵਿੱਚੋਂ ਤਾਪ ਨੂੰ ਲੰਘਣ ਦਿੰਦੇ ਹਨ ਤੇ ਕੁਝ ਪਦਾਰਥ ਆਪਣੇ ਵਿੱਚੋਂ ਤਾਪ ਨੂੰ ਨਹੀਂ ਲੰਘਣ ਦਿੰਦੇ। ਹੁਣ ਜਿਹੜੇ ਪਦਾਰਥ ਆਪਣੇ ਵਿੱਚੋਂ ਤਾਪ ਨੂੰ ਲੰਘਣ ਦਿੰਦੇ ਹਨ ਉਹਨਾਂ ਨੂੰ ਤਾਪ ਦੇ ਚਾਲਕ ਕਹਿੰਦੇ ਹਨ। ਕੰਡਕਟਰਸ ਆਫ ਹੀਟ ਤਾਪ ਦੇ ਚਾਲਕ ਕਹਿੰਦੇ ਹਨ। ਉਦਾਹਰਨ ਦੇ ਤੌਰ 'ਤੇ ਧਾਤਾਂ आम करके जिमें एलूमीनीयम हो गई, लोहा हो गया, तांबा हो गया, ये सारियां धातां ताप दियां चालक ਹਨ। इसे तरह कुछ पदार्थ ताप ਨੂੰ ਆਪਣੇ ਵਿੱਚੋਂ ਆਸਾਨੀ ਨਾਲ ਨਹੀਂ ਲੰਘਣ ਦਿੰਦੇ। ਜਿਹੜੇ ਪਦਾਰਥ ਆਪਣੇ ਵਿੱਚੋਂ ਹੋ ਕੇ ਤਾਪ ਨੂੰ ਆਸਾਨੀ ਨਾਲ ਨਹੀਂ ਜਾਣ ਦਿੰਦੇ ਉਹਨਾਂ ਨੂੰ ਤਾਪ ਦੇ ਕੁਚਾਲਕ ਕਹਿੰਦੇ ਹਨ। ਜਿਵੇਂ ਪਲਾਸਟਿਕ ਹੋ ਗਿਆ, ਕੱਚ ਹੋ ਗਿਆ, ਇੱਥੇ ਤੁਸੀਂ ਸਕਰੀਨ 'ਤੇ ਵੀ ਦੇਖ ਸਕਦੇ ਹੋ, ਅਤੇ ਲੱਕੜ ਹੋ ਗਈ, ਉੱਨ ਹੋ ਗਈ, ਇਹ ਸਾਰੇ ਤਾਪ ਦੇ ਕੁਚਾਲਕ ਹਨ। ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਪਦਾਰਥਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਹੋਇਆ ਹੈ। ਇੱਕ ਅਜਿਹੇ ਪਦਾਰਥ ਜਿਹੜੇ ਆਪਣੇ ਵਿੱਚੋਂ ਤਾਪ ਨੂੰ ਆਸਾਨੀ ਨਾਲ ਲੰਘਣ ਦਿੰਦੇ ਹਨ ਉਹਨਾਂ ਨੂੰ ਅਸੀਂ ਤਾਪ ਦੇ ਚਾਲਕ ਕਹਿ ਦਿੰਦੇ ਹਾਂ, ਜਿਵੇਂ ਐਲੂਮੀਨੀਅਮ, ਲੋਹਾ, ਤਾਂਬਾ। ਤੇ ਅਜਿਹੇ ਪਦਾਰਥ ਜਿਹੜੇ ਆਪਣੇ ਵਿੱਚੋਂ ਤਾਪ ਨੂੰ ਆਸਾਨੀ ਨਾਲ ਹੋ ਕੇ ਨਹੀਂ ਲੰਘਣ ਦਿੰਦੇ ਉਹਨਾਂ ਨੂੰ ਅਸੀਂ ਤਾਪ ਦੇ ਕੁਚਾਲਕ ਕਹਿ ਦਿੰਦੇ ਹਾਂ, ਇਨਸੂਲੇਟਰਸ ਆਫ ਹੀਟ ਕਹਿ ਦਿੰਦੇ ਹਾਂ, ਜਿਵੇਂ ਕੱਚ, ਪਲਾਸਟਿਕ, ਲੱਕੜ ਤੇ ਉੱਨ ਆਦਿ। ਬੇਟਾ, ਪਾਣੀ ਅਤੇ ਹਵਾ ਤਾਪ ਦੇ ਕੁਚਾਲਕ ਹਨ। ਫਿਰ ਇਹਨਾਂ ਪਦਾਰਥਾਂ ਵਿੱਚੋਂ ਤਾਪ ਸਥਾਨਾਂਤਰਨ ਕਿਵੇਂ ਹੁੰਦਾ ਹੈ? ਆਓ ਪਤਾ ਕਰੀਏ। ਬੇਟਾ, ਇਸ ਗੱਲ ਨੂੰ ਸਮਝਣ ਲਈ ਪਹਿਲੇ ਤੁਹਾਨੂੰ ਇੱਕ ਕਿਰਿਆ ਸਮਝਣੀ ਪਏਗੀ। ਤੁਸੀਂ ਸਭ ਤੋਂ ਪਹਿਲਾਂ ਇੱਕ ਗੋਲ ਥੱਲੇ ਵਾਲੀ ਫਲਾਸਕ ਲਓ, ਜਿਸ ਤਰ੍ਹਾਂ ਕਿ ਚਿੱਤਰ ਵਿੱਚ ਵੀ ਦਿਖਾਈ ਗਈ ਹੈ। ਜੇ ਤੁਹਾਡੇ ਕੋਲ ਫਲਾਸਕ ਉਪਲਬਧ ਨਹੀਂ ਹੈ ਤਾਂ ਬੀਕਰ ਲਿਆ ਜਾ ਸਕਦਾ ਹੈ। ਫਿਰ ਇਸ ਨੂੰ ਪਾਣੀ ਨਾਲ 2/3 ਭਰੋ। ਇਸ ਨੂੰ ਕਿਸੇ ਤਿਪਾਈ ਉੱਤੇ ਮਤਲਬ ਟ੍ਰਾਈਪਡ ਸਟੈਂਡ ਉੱਤੇ ਰੱਖੀ ਲੋਹੇ ਦੀ ਜਾਲੀ ਉੱਤੇ ਰੱਖੋ।
ਜਾਂ ਫਲਾਸਕ ਨੂੰ ਰੱਖਣ ਦਾ ਕੋਈ ਅਜਿਹਾ ਪ੍ਰਬੰਧ ਕਰੋ ਜਿਸ ਨਾਲ ਕਿ ਤੁਸੀਂ ਉਸ ਦੇ ਹੇਠਾਂ ਇੱਕ ਮੋਮਬੱਤੀ ਰੱਖ ਕੇ ਉਸ ਨੂੰ ਗਰਮ ਕਰ ਸਕੋ। ਹੁਣ ਫਲਾਸਕ ਵਿੱਚ ਪਾਣੀ ਦੇ ਸਥਿਰ ਹੋਣ ਦੀ ਇੰਤਜ਼ਾਰ ਕਰੋ। ਜਦੋਂ ਪਾਣੀ ਸਥਿਰ ਹੋ ਜਾਏ ਫਿਰ ਤੁਸੀਂ ਇੱਕ ਸਟ੍ਰੋ ਦੀ ਸਹਾਇਤਾ ਨਾਲ ਫਲਾਸਕ ਦੇ ਥੱਲੇ 'ਤੇ ਪੋਟਾਸ਼ੀਅਮ ਪਰਮੈਂਗਨੇਟ ਦਾ ਇੱਕ ਰਵਾ ਕ੍ਰਿਸਟਲ ਹੌਲੀ ਜਿਹੀ ਰੱਖ ਦਿਓ। ਕ੍ਰਿਸਟਲ ਰੱਖਣ ਤੋਂ ਬਾਅਦ ਠੀਕ ਕ੍ਰਿਸਟਲ ਦੇ ਹੇਠਾਂ ਤੁਸੀਂ ਮੋਮਬੱਤੀ ਜਲਾ ਕੇ ਪਾਣੀ ਨੂੰ ਗਰਮ ਕਰੋ। ਫਿਰ ਬੇਟਾ ਜਦੋਂ ਤੁਸੀਂ ਮੋਮਬੱਤੀ ਜਲਾ ਕੇ ਪਾਣੀ ਨੂੰ ਗਰਮ ਕਰਨਾ ਸ਼ੁਰੂ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਲਾਲ ਰੰਗ ਫਲਾਸਕ ਦੇ ਅੰਦਰ ਤੁਹਾਨੂੰ ਗਤੀ ਕਰਦਾ ਹੋਇਆ ਪ੍ਰਤੀਤ ਹੋਏਗਾ। ਬੇਟਾ ਜਦੋਂ ਪਾਣੀ ਨੂੰ ਅਸੀਂ ਗਰਮ ਕਰਦੇ ਹਾਂ ਤਾਂ ਲਾਟ ਦੇ ਨੇੜੇ ਦਾ ਪਾਣੀ ਗਰਮ ਹੋ ਜਾਂਦਾ ਹੈ। ਗਰਮ ਪਾਣੀ ਉੱਪਰ ਵੱਲ ਨੂੰ ਉੱਠਦਾ ਹੈ। ਇਸ ਗਰਮ ਪਾਣੀ ਦੇ ਆਲੇ ਦੁਆਲੇ ਦਾ ਠੰਡਾ ਪਾਣੀ ਉਸ ਦੀ ਥਾਂ ਲੈਣ ਲਈ ਆ ਜਾਂਦਾ ਹੈ। ਫਿਰ ਇਹ ਪਾਣੀ ਵੀ ਗਰਮ ਹੋ ਕੇ ਉੱਪਰ ਉੱਠਦਾ ਹੈ ਅਤੇ ਆਲੇ ਦੁਆਲੇ ਤੋਂ ਪਾਣੀ ਫਿਰ ਇਸ ਦੀ ਥਾਂ 'ਤੇ ਆ ਜਾਂਦਾ ਹੈ। ਇਹ ਪ੍ਰਕਿਰਿਆ ਉਦੋਂ ਤੱਕ ਚੱਲਦੀ ਰਹਿੰਦੀ ਹੈ ਜਦ ਤੱਕ ਸਾਰਾ ਪਾਣੀ ਗਰਮ ਨਾ ਹੋ ਜਾਵੇ। ਤਾਪ ਸਥਾਨਾਂਤਰਨ ਦੀ ਇਸ ਵਿਧੀ ਨੂੰ ਸੰਵਹਿਨ ਕਹਿੰਦੇ ਹਨ। ਬੇਟਾ ਜਦੋਂ ਤੁਸੀਂ ਇਹ ਕਿਰਿਆ ਕਰੋਗੇ ਤਾਂ ਇਹ ਸਾਰੀ ਸੰਵਹਿਨ ਕਿਰਿਆ ਨੂੰ ਪੋਟਾਸ਼ੀਅਮ ਪਰਮੈਂਗਨੇਟ ਦਾ ਜਿਹੜਾ ਲਾਲ ਰੰਗ ਹੈ ਉਸ ਦੀ ਮਦਦ ਨਾਲ ਤੁਸੀਂ ਸਮਝ ਸਕੋਗੇ। ਬੇਟਾ ਹਵਾ ਵਿੱਚ ਤਾਪ ਦਾ ਸਥਾਨਾਂਤਰਨ ਕਿਸ ਤਰ੍ਹਾਂ ਹੁੰਦਾ ਹੈ ਇਹ ਵੀ ਜਾਣਨਾ ਜ਼ਰੂਰੀ ਹੈ। ਤੇ ਧੂੰਆਂ ਕਿਸ ਦਿਸ਼ਾ ਵੱਲ ਜਾਂਦਾ ਹੈ? ਅਸਲ ਵਿੱਚ ਕੀ ਹੁੰਦਾ ਹੈ ਬੇਟਾ, ਤਾਪ ਸਰੋਤ ਦੇ ਨੇੜੇ ਦੀ ਹਵਾ ਗਰਮ ਹੋ ਕੇ ਉੱਪਰ ਉੱਠਦੀ ਹੈ ਤੇ ਆਲੇ ਦੁਆਲੇ ਤੋਂ ਠੰਡੀ ਹਵਾ ਇਸ ਗਰਮ ਹੋਈ ਉੱਪਰ ਉੱਠੀ ਹਵਾ ਦੀ ਥਾਂ ਲੈਣ ਲਈ ਆ ਜਾਂਦੀ ਹੈ। ਇਸ ਤਰ੍ਹਾਂ ਇਹ ਹਵਾ ਵੀ ਗਰਮ ਹੋ ਜਾਂਦੀ ਹੈ ਅਤੇ ਇਹ ਪ੍ਰਕਿਰਿਆ ਚੱਲਦੀ ਰਹਿੰਦੀ ਹੈ। ਇਸ ਤਰ੍ਹਾਂ ਹਵਾ ਵਿੱਚ ਵੀ ਤਾਪ ਦਾ ਸਥਾਨਾਂਤਰਨ ਹੁੰਦਾ ਹੈ। ਜੇਕਰ ਤੁਸੀਂ ਇਸ ਦੀ ਪੁਸ਼ਟੀ ਕਰਨੀ ਹੋਏ ਤਾਂ ਉਸ ਲਈ ਤੁਹਾਨੂੰ ਇੱਕ ਕਿਰਿਆ ਸਮਝਾ ਸਕਦੀ ਹਾਂ। ਬੇਟਾ ਤੁਸੀਂ ਇੱਕ ਮੋਮਬੱਤੀ ਲਓ, ਉਸ ਨੂੰ ਜਲਾਓ। ਆਪਣੇ ਇੱਕ ਹੱਥ ਨੂੰ ਲਾਟ ਦੇ ਉੱਪਰ ਅਤੇ ਦੂਜੇ ਹੱਥ ਨੂੰ ਲਾਟ ਦੇ ਦੂਜੇ ਪਾਸੇ ਰੱਖੋ ਜਿਸ ਤਰ੍ਹਾਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ। ਪਰ ਤੁਸੀਂ ਇਹ ਕਿਰਿਆ ਬੜੀ ਸਾਵਧਾਨੀ ਨਾਲ ਕਰਨੀ ਹੈ ਕਿਉਂਕਿ ਜੇ ਤੁਸੀਂ ਸਾਵਧਾਨੀ ਨਹੀਂ ਵਰਤੀ ਤਾਂ ਹੱਥ ਵੀ ਜਲ ਸਕਦਾ ਹੈ। ਇਸ ਕਰਕੇ ਇਸ ਕਿਰਿਆ ਨੂੰ ਕਰਨ ਲਈ ਪੂਰੀ ਸਾਵਧਾਨੀ ਵਰਤਣੀ ਹੈ। ਬੇਟਾ ਕੀ ਤੁਹਾਡੇ ਦੋਵੇਂ ਹੱਥ ਇੱਕੋ ਜਿੰਨੀ ਗਰਮੀ ਮਹਿਸੂਸ ਕਰਦੇ ਹਨ? ਜੇ ਨਹੀਂ ਤਾਂ ਕਿਹੜਾ ਹੱਥ ਵਧੇਰੇ ਗਰਮੀ ਮਹਿਸੂਸ ਕਰਦਾ ਹੈ ਤੇ ਕਿਹੜਾ ਹੱਥ ਘੱਟ ਗਰਮੀ ਮਹਿਸੂਸ ਕਰਦਾ ਹੈ? ਬੇਟਾ ਤੁਸੀਂ ਦੇਖੋਗੇ ਜਿਹੜਾ ਹੱਥ ਤੁਸੀਂ ਮੋਮਬੱਤੀ ਦੀ ਲਾਟ ਦੇ ਉੱਪਰ ਵੱਲ ਰੱਖਿਆ ਹੈ ਉਹ ਵਧੇਰੇ ਗਰਮੀ ਮਹਿਸੂਸ ਕਰੇਗਾ ਤੇ ਜਿਹੜਾ ਹੱਥ ਤੁਸੀਂ ਲਾਟ ਦੇ ਇੱਕ ਪਾਸੇ ਵੱਲ ਰੱਖਿਆ ਹੈ ਉਹ ਘੱਟ ਗਰਮੀ ਮਹਿਸੂਸ ਕਰੇਗਾ। ਅਜਿਹਾ ਕਿਉਂ ਹੋਇਆ? ਬੇਟਾ ਅਸਲ ਵਿੱਚ ਉੱਪਰ ਵੱਲ ਦੀ ਹਵਾ ਸੰਵਹਿਨ ਵਿਧੀ ਦੁਆਰਾ ਗਰਮ ਹੁੰਦੀ ਹੈ। ਜਿਹੜੀ ਮੋਮਬੱਤੀ ਦੀ ਲਾਟ ਦੇ ਉੱਪਰ ਵੱਲ ਦੀ ਹਵਾ ਹੈ ਉਹ ਸੰਵਹਿਨ ਵਿਧੀ ਦੁਆਰਾ ਗਰਮ ਹੁੰਦੀ ਹੈ ਤੇ ਇਸ ਲਈ ਲਾਟ ਦੇ ਉੱਪਰ ਵਾਲਾ ਹੱਥ ਗਰਮੀ ਅਨੁਭਵ ਕਰਦਾ ਹੈ। ਪਰ ਪਾਸੇ ਦੀ ਹਵਾ ਸੰਵਹਿਨ ਵਿਧੀ ਦੁਆਰਾ ਗਰਮ ਨਹੀਂ ਹੁੰਦੀ, ਇਸ ਲਈ ਜਿਹੜਾ ਪਾਸੇ ਵਾਲਾ ਹੱਥ ਹੈ ਉਹ ਜ਼ਿਆਦਾ ਗਰਮੀ ਮਹਿਸੂਸ ਨਹੀਂ ਕਰਦਾ। ਬੇਟਾ ਹੁਣ ਅਸੀਂ ਪੜ੍ਹਾਂਗੇ ਜਲ ਸਮੀਰ ਅਤੇ ਥਲ ਸਮੀਰ ਬਾਰੇ। ਬੇਟਾ ਤਟੀ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਇੱਕ ਮਨੋਰੰਜਕ ਵਰਤਾਰੇ ਦਾ ਅਨੁਭਵ ਕਰਦੇ ਹਨ। ਦਿਨ ਵੇਲੇ ਸਥਲ ਮਤਲਬ ਧਰਤੀ ਪਾਣੀ ਨਾਲੋਂ ਜ਼ਿਆਦਾ ਗਰਮ ਹੋ ਜਾਂਦੀ ਹੈ ਤੇ ਸਥਲ ਦੇ ਉੱਪਰਲੀ ਜਿਹੜੀ ਹਵਾ ਹੈ ਉਹ ਗਰਮ ਹੋ ਕੇ ਉੱਪਰ ਉੱਠਦੀ ਹੈ। ਸਥਲ ਦੇ ਉੱਪਰ ਵਾਲੀ ਹਵਾ ਗਰਮ ਹੋ ਕੇ ਉੱਪਰ ਉੱਠ ਗਈ ਤਾਂ ਇਸ ਦੀ ਥਾਂ ਲੈਣ ਲਈ ਸਮੁੰਦਰ ਵੱਲੋਂ ਜਿਹੜੀ ਠੰਡੀ ਹਵਾ ਹੈ ਉਹ ਸਥਲ ਵੱਲ ਵਹਿਣਾ ਸ਼ੁਰੂ ਕਰ ਦਿੰਦੀ ਹੈ। ਚੱਕਰ ਨੂੰ ਪੂਰਾ ਕਰਨ ਲਈ ਸਥਲ ਵੱਲੋਂ ਜਿਹੜੀ ਗਰਮ ਹਵਾ ਹੈ ਉਹ ਸਮੁੰਦਰ ਵੱਲ ਨੂੰ ਜਾਂਦੀ ਹੈ ਤੇ ਸਮੁੰਦਰ ਵੱਲੋਂ ਆਉਣ ਵਾਲੀ ਜਿਹੜੀ ਠੰਡੀ ਹਵਾ ਹੈ ਉਹ ਧਰਤੀ ਵੱਲ ਨੂੰ ਆਉਂਦੀ ਹੈ ਤੇ ਇਸ ਤਰ੍ਹਾਂ ਸਮੁੰਦਰ ਵੱਲੋਂ ਆਉਣ ਵਾਲੀ ਠੰਡੀ ਹਵਾ ਨੂੰ ਜਲ ਸਮੀਰ ਕਹਿੰਦੇ ਹਨ। ਜਲ ਸਮੀਰ ਦੀ ਠੰਡੀ ਹਵਾ ਦਾ ਲਾਭ ਉਠਾਉਣ ਲਈ ਤੱਟੀ ਖੇਤਰਾਂ ਦੀਆਂ ਇਮਾਰਤਾਂ ਵਿੱਚ ਖਿੜਕੀਆਂ ਸਮੁੰਦਰ ਦੇ ਵੱਲ ਬਣਾਈਆਂ ਜਾਂਦੀਆਂ ਹਨ।
ਬੇਟਾ ਰਾਤ ਵੇਲੇ ਇਹ ਕਿਰਿਆ ਠੀਕ ਉਲਟ ਹੋ ਜਾਂਦੀ ਹੈ। ਤੁਸੀਂ ਇਸ ਚਿੱਤਰ ਰਾਹੀਂ ਸਮਝ ਸਕਦੇ ਹੋ। ਜਿਹੜਾ ਸਮੁੰਦਰ ਦਾ ਪਾਣੀ ਹੈ ਉਹ ਧਰਤੀ ਦੇ ਨਾਲੋਂ ਘੱਟ ਗਤੀ, ਹੌਲੀ ਗਤੀ ਨਾਲ ਠੰਡਾ ਹੁੰਦਾ ਹੈ। ਇਸ ਕਰਕੇ ਰਾਤ ਵੇਲੇ ਜਿਹੜੀ ਧਰਤੀ ਹੈ, ਸਥਲ ਹੈ, ਉਹ ਜਲਦੀ ਠੰਡਾ ਹੋ ਜਾਂਦਾ ਹੈ ਅਤੇ ਸਮੁੰਦਰ ਦਾ ਪਾਣੀ ਉਸ ਦੇ ਕੰਪੈਰੀਜ਼ਨ ਵਿੱਚ, ਉਸ ਦੀ ਤੁਲਨਾ ਵਿੱਚ ਥੋੜ੍ਹਾ ਗਰਮ ਹੀ ਰਹਿੰਦਾ ਹੈ, ਕਿਉਂਕਿ ਉਹ ਹੌਲੀ ਗਤੀ ਨਾਲ ਠੰਡਾ ਹੁੰਦਾ ਹੈ। ਅਤੇ ਇਸ ਕਰਕੇ ਸਮੁੰਦਰ ਦੇ ਤਲ ਦੇ ਉੱਪਰ ਵਾਲੀ ਜਿਹੜੀ ਹਵਾ ਹੈ ਉਹ ਗਰਮ ਹੋ ਕੇ ਉੱਪਰ ਵੱਲ ਨੂੰ ਉੱਠਣਾ ਸ਼ੁਰੂ ਕਰਦੀ ਹੈ। ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ। ਅਤੇ ਉਸ ਹਵਾ ਦਾ ਥਾਂ ਲੈਣ ਲਈ ਧਰਤੀ ਵੱਲੋਂ ਜਿਹੜੀ ਹਵਾ ਹੈ ਉਹ ਸਮੁੰਦਰ ਵੱਲ ਨੂੰ ਚੱਲਣਾ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਰਾਤ ਵੇਲੇ ਧਰਤੀ ਸਮੁੰਦਰ ਤੋਂ ਠੰਡੀ ਹੁੰਦੀ ਹੈ। ਇਸ ਕਰਕੇ ਰਾਤ ਵੇਲੇ ਜਿਹੜੀ ਧਰਤੀ ਤੋਂ ਸਮੁੰਦਰ ਵੱਲ ਨੂੰ ਹਵਾ ਚੱਲਦੀ ਹੈ ਉਹ ਵੀ ਠੰਡੀ ਹਵਾ ਹੈ, ਅਤੇ ਉਹ ਹਲਕੀ ਹੋ ਕੇ ਜਿਹੜੀ ਸਮੁੰਦਰ ਉੱਪਰੋਂ ਹਵਾ ਉੱਪਰ ਉੱਠੀ ਹੁੰਦੀ ਹੈ ਉਸ ਦਾ ਥਾਂ ਲੈਣ ਲਈ ਧਰਤੀ ਤੋਂ ਸਮੁੰਦਰ ਵੱਲ ਨੂੰ ਚੱਲਦੀ ਹੈ ਹਵਾ, ਅਤੇ ਇਸ ਨੂੰ ਅਸੀਂ ਥਲ ਸਮੀਰ ਕਹਿੰਦੇ ਹਾਂ। ਬੇਟਾ ਤੁਸੀਂ ਪਹਿਲਾਂ ਪੜ੍ਹਿਆ ਸੀ ਕਿ ਠੋਸਾਂ ਵਿੱਚ ਅਕਸਰ ਜਿਹੜਾ ਤਾਪ ਹੈ ਉਹ ਚਾਲਨ ਵਿਧੀ ਦੁਆਰਾ ਸਥਾਨਾਂਤਰਿਤ ਹੁੰਦਾ ਹੈ, ਅਤੇ ਦਰਵਾਂ ਅਤੇ ਗੈਸਾਂ ਵਿੱਚ ਤਾਪ ਸੰਵਹਿਨ ਵਿਧੀ ਦੁਆਰਾ ਸਥਾਨਾਂਤਰਿਤ ਹੁੰਦਾ ਹੈ। ਅਤੇ ਬੇਟੇ ਹੁਣ ਅਸੀਂ ਇੱਕ ਹੋਰ ਵਿਧੀ ਪੜ੍ਹਾਂਗੇ, ਵਿਕਿਰਨ। ਜਦੋਂ ਅਸੀਂ ਧੁੱਪ ਵਿੱਚ ਖੜ੍ਹੇ ਹੁੰਦੇ ਹਾਂ ਤਾਂ ਸਾਨੂੰ ਗਰਮਾਹਟ ਮਹਿਸੂਸ ਹੁੰਦੀ ਹੈ। ਤੁਸੀਂ ਧੁੱਪ ਵਿੱਚ ਖੜ੍ਹੇ ਹੋ ਕੇ ਕਦੀ ਗਰਮੀ ਮਹਿਸੂਸ ਕੀਤੀ ਹੋਵੇਗੀ ਜ਼ਰੂਰ। ਅਤੇ ਸੂਰਜ ਤੋਂ ਸਾਡੇ ਤੱਕ ਤਾਪ ਕਿਵੇਂ ਪਹੁੰਚਦਾ ਹੈ, ਇਹ ਤੁਸੀਂ ਕਦੀ ਸੋਚਿਆ? ਬੇਟਾ ਇਹ ਚਾਲਨ ਅਤੇ ਸੰਵਹਿਨ ਜਿਹੜੇ ਹੈ ਇਹਨਾਂ ਰਾਹੀਂ ਤਾਪ ਸਾਡੇ ਤੱਕ ਸੂਰਜ ਦਾ ਨਹੀਂ ਪਹੁੰਚਦਾ, ਕਿਉਂਕਿ ਸੰਵਹਿਨ ਅਤੇ ਚਾਲਨ ਵਿਧੀ ਰਹੀ ਲਈ ਸਾਨੂੰ ਮਾਧਿਅਮ ਦੀ ਲੋੜ ਹੁੰਦੀ ਹੈ। ਅਤੇ ਜਿਹੜਾ ਸੂਰਜ ਤੋਂ ਜਦੋਂ ਪ੍ਰਕਾਸ਼ ਧਰਤੀ ਤੱਕ ਆਉਂਦਾ ਹੈ ਤਾਂ ਵਿੱਚ ਉਹ ਅਜਿਹੀਆਂ ਥਾਵਾਂ ਤੋਂ ਲੰਘ ਕੇ ਆਉਂਦਾ ਹੈ ਜਿੱਥੇ ਕੋਈ ਮਾਧਿਅਮ ਨਹੀਂ ਹੁੰਦਾ। ਅਤੇ ਕਿਉਂਕਿ ਧਰਤੀ ਅਤੇ ਸੂਰਜ ਦੇ ਵਿਚਲੇ ਵਧੇਰੇ ਭਾਗ ਵਿੱਚ ਕੋਈ ਮਾਧਿਅਮ ਨਹੀਂ ਹੈ, ਜਿਵੇਂ ਹਵਾ ਜਾਂ ਪਾਣੀ ਆਦਿ ਨਹੀਂ ਹੈ, ਇਸ ਲਈ ਸੂਰਜ ਤੋਂ ਸਾਡੇ ਤੱਕ ਤਾਪ ਇੱਕ ਹੋਰ ਵਿਧੀ ਦੁਆਰਾ ਆਉਂਦਾ ਹੈ ਜਿਸ ਨੂੰ ਵਿਕਿਰਨ ਕਹਿੰਦੇ ਹਨ। ਮਤਲਬ ਸੂਰਜ ਤੋਂ ਸਾਡੇ ਤੱਕ ਜਿਹੜਾ ਤਾਪ ਪਹੁੰਚਦਾ ਹੈ ਉਹ ਵਿਕਿਰਨ ਵਿਧੀ ਰਾਹੀਂ ਪਹੁੰਚਦਾ ਹੈ। ਵਿਕਿਰਨ ਦੁਆਰਾ ਤਾਪ ਦੇ ਸਥਾਨਾਂਤਰਨ ਵਿੱਚ ਕਿਸੇ ਵੀ ਮਾਧਿਅਮ ਜਿਵੇਂ ਕਿ ਹਵਾ ਜਾਂ ਪਾਣੀ ਆਦਿ ਦੀ ਜ਼ਰੂਰਤ ਨਹੀਂ ਹੁੰਦੀ। ਮਾਧਿਅਮ ਹੋਵੇ ਜਾਂ ਨਾ ਹੋਵੇ, ਵਿਕਿਰਨ ਦੁਆਰਾ ਤਾਪ ਦਾ ਸਥਾਨਾਂਤਰਨ ਹੋ ਸਕਦਾ ਹੈ। ਜਦੋਂ ਅਸੀਂ ਕਿਸੇ ਹੀਟਰ ਦੇ ਸਾਹਮਣੇ ਬੈਠਦੇ ਹਾਂ ਤਾਂ ਸਾਨੂੰ ਗਰਮੀ ਮਹਿਸੂਸ ਹੁੰਦੀ ਹੈ, ਅਤੇ ਇਹ ਗਰਮੀ ਸਾਡੇ ਤੱਕ ਇਸ ਵਿਕਿਰਨ ਵਿਧੀ ਰਾਹੀਂ ਹੀ ਪਹੁੰਚਦੀ ਹੈ। ਅਤੇ ਲਾਟ ਤੋਂ ਹਟਾ ਕੇ ਰੱਖਿਆ ਹੋਇਆ ਗਰਮ ਬਰਤਨ ਠੰਡਾ ਹੋਣ ਸਮੇਂ ਆਪਣੇ ਕੁਝ ਤਾਪ ਨੂੰ ਵਿਕਿਰਨ ਦੁਆਰਾ ਹੀ ਆਲੇ ਦੁਆਲੇ ਸਥਾਨਾਂਤਰਿਤ ਕਰਦਾ ਹੈ। ਮਤਲਬ ਜਦੋਂ ਤੁਸੀਂ ਕਿਸੇ ਲਾਟ ਤੋਂ ਹਟਾ ਕੇ ਕਿਸੇ ਬਰਤਨ ਨੂੰ ਰੱਖਦੇ ਹੋ ਇੱਕ ਪਾਸੇ, ਤਾਂ ਉਹ ਬਰਤਨ ਥੋੜ੍ਹੀ ਦੇਰ ਬਾਅਦ ਠੰਡਾ ਹੋ ਜਾਂਦਾ ਹੈ, ਅਤੇ ਉਹ ਠੰਡਾ ਕਿਵੇਂ ਹੁੰਦਾ ਹੈ? ਉਹ ਆਪਣੇ ਵਿੱਚੋਂ ਵਿਕਿਰਨ ਦੁਆਰਾ ਜਿਹੜਾ ਤਾਪ ਹੈ ਉਸਨੂੰ ਵਾਤਾਵਰਨ ਵਿੱਚ ਸਥਾਨਾਂਤਰਿਤ ਕਰ ਦਿੰਦਾ ਹੈ। ਇੱਕ ਹੋਰ ਉਦਾਹਰਨ ਲਓ, ਸਾਡਾ ਸਰੀਰ ਵਿਕਿਰਨ ਦੁਆਰਾ ਹੀ ਆਲੇ ਦੁਆਲੇ ਨੂੰ ਤਾਪ ਦਿੰਦਾ ਹੈ, ਅਤੇ ਇਹ ਵਿਕਿਰਨ ਦੁਆਰਾ ਹੀ ਤਾਪ ਗ੍ਰਹਿਣ ਵੀ ਕਰਦਾ ਹੈ ਆਲੇ ਦੁਆਲੇ ਤੋਂ। ਅਤੇ ਸਾਰੀਆਂ ਗਰਮ ਵਸਤੂਆਂ ਵਿਕਿਰਨਾਂ ਦੇ ਰੂਪ ਵਿੱਚ ਤਾਪ ਛੱਡਦੀਆਂ ਹਨ, ਅਤੇ ਜਦੋਂ ਇਹ ਤਾਪ ਵਿਕਿਰਨਾਂ ਕਿਸੇ ਹੋਰ ਵਸਤੂ ਨਾਲ ਟਕਰਾਉਂਦੀਆਂ ਹਨ ਤਾਂ ਇਹਨਾਂ ਦਾ ਕੁਝ ਭਾਗ ਸੋਖ ਲਿਆ ਜਾਂਦਾ ਹੈ। ਤਾਪ ਦੇ ਸੋਖਿਤ ਭਾਗ ਦੇ ਕਾਰਨ ਵਸਤੂ ਦਾ ਤਾਪਮਾਨ ਵੱਧ ਜਾਂਦਾ ਹੈ। ਹੁਣ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਵਿਕਿਰਨ ਬਾਰੇ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਹੁਣ ਮੈਂ ਤੁਹਾਨੂੰ ਇੱਕ ਕਿਰਿਆ ਸਮਝਾਵਾਂਗੀ। ਬੇਟਾ ਇਸ ਕਿਰਿਆ ਰਾਹੀਂ ਅਸੀਂ ਗੂੜ੍ਹੇ ਰੰਗ ਦੇ ਅਤੇ ਹਲਕੇ ਰੰਗ ਦੇ ਤਲਾਂ ਦਾ
ਤਾਪ ਸੋਖਣ ਸਮਝਾਂਗੇ। ਮਤਲਬ ਜਿਹੜੇ ਗੂੜੇ ਰੰਗ ਦੇ ਤਲ ਹੈ ਉਹ ਹਲਕੇ ਰੰਗ ਦੇ ਤਲਾਂ ਦੀ ਤੁਲਨਾ ਵਿੱਚ ਵਧੇਰੇ ਤਾਪ ਸੋਖਦੇ ਹਨ। ਇਸ ਦੀ ਪੁਸ਼ਟੀ ਤੁਸੀਂ ਇਸ ਕਿਰਿਆ ਰਾਹੀਂ ਕਰੋਗੇ। ਸਭ ਤੋਂ ਪਹਿਲਾਂ ਬੇਟਾ ਤੁਸੀਂ ਟੀਨ ਦੇ ਇੱਕੋ ਜਿਹੇ 2 ਡੱਬੇ ਲਓ। ਜੇ ਤੁਹਾਡੇ ਕੋਲ ਟੀਨ ਦੇ ਡੱਬੇ ਨਹੀਂ ਹੈ ਤੇ ਤੁਸੀਂ 2 ਬਰਤਨ ਵੀ ਇੱਕੋ ਜਿਹੇ ਲੈ ਸਕਦੇ ਹੋ। ਧਾਤ ਦੇ 2 ਬਰਤਨ ਇੱਕੋ ਜਿਹੇ ਲੈ ਸਕਦੇ ਹੋ। ਇਹਨਾਂ ਵਿੱਚੋਂ ਇੱਕ ਦੇ ਬਾਹਰੀ ਤਲ ਨੂੰ ਤੁਸੀਂ ਕਾਲਾ ਰੰਗ ਕਰ ਦਿਓ ਤੇ ਦੂਜੇ ਦੇ ਬਾਹਰੀ ਤਲ ਨੂੰ ਤੁਸੀਂ ਸਫੇਦ ਪੇਂਟ ਕਰ ਦਿਓ। ਮਤਲਬ ਇੱਕ ਬਰਤਨ ਦੇ ਬਾਹਰੀ ਤਲ ਨੂੰ ਕਾਲਾ ਪੇਂਟ ਤੇ ਦੂਜੇ ਬਰਤਨ ਦੇ ਬਾਹਰੀ ਤਲ ਨੂੰ ਤੁਸੀਂ ਸਫੇਦ ਪੇਂਟ ਕਰ ਦਿਓ, ਜਿਸ ਤਰ੍ਹਾਂ ਤੁਹਾਨੂੰ ਚਿੱਤਰ ਵਿੱਚ ਵੀ ਦਿਖਾਇਆ ਗਿਆ ਬੇਟਾ। ਫਿਰ ਦੋਵਾਂ ਡੱਬਿਆਂ ਜਾਂ ਬਰਤਨਾਂ ਵਿੱਚ ਬਰਾਬਰ ਮਾਤਰਾ ਵਿੱਚ ਤੁਸੀਂ ਪਾਣੀ ਭਰ ਦਿਓ ਤੇ ਉਹਨਾਂ ਨੂੰ ਦੁਪਹਿਰ ਦੇ ਸਮੇਂ ਲਗਭਗ 1 ਘੰਟੇ ਲਈ ਧੁੱਪ ਵਿੱਚ ਰੱਖ ਦਿਓ। ਦੋਵਾਂ ਬਰਤਨਾਂ ਵਿੱਚ ਭਰੇ ਪਾਣੀ ਦੇ ਤਾਪਮਾਨ ਨੂੰ ਮਾਪੋ। ਤੁਸੀਂ ਇਸ ਲਈ ਲੈਬੋਰਟਰੀ ਥਰਮਾਮੀਟਰ ਦੀ ਮਦਦ ਲੈ ਸਕਦੇ ਹੋ, ਪ੍ਰਯੋਗਸ਼ਾਲਾ ਥਰਮਾਮੀਟਰ ਦੀ ਮਦਦ ਲੈ ਸਕਦੇ ਹੋ ਤੇ ਨਹੀਂ ਤਾਂ ਤੁਸੀਂ ਹੱਥ ਲਾ ਕੇ ਵੀ ਮਹਿਸੂਸ ਕਰ ਸਕਦੇ ਹੋ। ਫਿਰ ਬੇਟਾ ਤੁਸੀਂ ਦੇਖੋਗੇ ਕਿ ਜਿਹੜੇ ਦੋਵੇਂ ਸਾਡੇ ਬਰਤਨ ਹਨ ਉਹਨਾਂ ਵਿੱਚ ਜਿਹੜਾ ਪਾਣੀ ਹੈ ਉਸ ਦਾ ਤਾਪਮਾਨ ਵੱਖ-ਵੱਖ ਹੈ। ਬੇਟਾ ਅਜਿਹਾ ਕਿਉਂ ਹੋਇਆ? ਅਜਿਹਾ ਇਸ ਲਈ ਹੋਇਆ ਕਿ ਅਸੀਂ ਇੱਕ ਬਰਤਨ ਨੂੰ ਬਾਹਰੋਂ ਕਾਲਾ ਪੇਂਟ ਕੀਤਾ ਸੀ, ਇੱਕ ਨੂੰ ਬਾਹਰੋਂ ਸਫੇਦ ਪੇਂਟ ਕੀਤਾ ਸੀ। ਜਿਹੜਾ ਕਾਲਾ ਰੰਗ ਹੈ ਉਹ ਸਫੇਦ ਰੰਗ ਦੀ ਤੁਲਨਾ ਵਿੱਚ ਵੱਧ ਤਾਪ ਸੋਖਦਾ ਹੈ, ਕਿਉਂਕਿ ਕਾਲਾ ਰੰਗ ਗੂੜਾ ਰੰਗ ਹੈ ਤੇ ਗੂੜੇ ਰੰਗ ਦਾ ਤਲ ਹਲਕੇ ਰੰਗ ਦੇ ਤਲ ਦੀ ਤੁਲਨਾ ਵਿੱਚ ਵਧੇਰੇ ਤਾਪ ਸੋਖਦਾ ਹੈ। ਇਸ ਕਰਕੇ ਕਾਲਾ ਪੇਂਟ ਕੀਤਾ ਗਿਆ ਜਿਹੜਾ ਬਰਤਨ ਸੀ ਉਸ ਵਿੱਚ ਜਿਹੜਾ ਪਾਣੀ ਸੀ ਉਹ ਵਧੇਰੇ ਗਰਮ ਹੈ, ਉਸ ਦਾ ਤਾਪਮਾਨ ਵੱਧ ਹੈ ਤੇ ਜਿਹੜਾ ਚਿੱਟੇ ਪੇਂਟ ਵਾਲਾ ਬਰਤਨ ਸੀ, ਸਫੇਦ ਪੇਂਟ ਕੀਤਾ ਗਿਆ ਬਰਤਨ ਸੀ, ਉਸ ਦੇ ਪਾਣੀ ਦਾ ਤਾਪਮਾਨ ਪਹਿਲੇ ਵਾਲੇ ਬਰਤਨ ਦੇ ਤਾਪਮਾਨ ਦੀ ਤੁਲਨਾ ਵਿੱਚ ਘੱਟ ਹੈ। ਬੇਟਾ ਹੁਣ ਅਸੀਂ ਪੜ੍ਹਾਂਗੇ ਕਿ ਸਰਦੀਆਂ ਅਤੇ ਗਰਮੀਆਂ ਵਿੱਚ ਸਾਡੇ ਪਹਿਨਣ ਵਾਲੇ ਕੱਪੜਿਆਂ ਦੀਆਂ ਕਿਸਮਾਂ ਕਿਹੋ ਜਿਹੀਆਂ ਹੁੰਦੀਆਂ ਹਨ। ਬੇਟੇ ਜੇ ਤੁਸੀਂ ਕਦੀ ਧਿਆਨ ਦਿੱਤਾ ਹੋਵੇ ਤਾਂ ਤੁਸੀਂ ਦੇਖਦੇ ਹੋ ਕਿ ਸਰਦੀਆਂ ਵਿੱਚ ਜ਼ਿਆਦਾਤਰ ਅਸੀਂ ਗੂੜੇ ਰੰਗ ਦੇ ਕੱਪੜੇ ਪਹਿਨਣਾ ਪਸੰਦ ਕਰਦੇ ਹਾਂ। ਬੇਟਾ ਅਜਿਹਾ ਕਿਉਂ ਹੁੰਦਾ ਹੈ? ਸਰਦੀਆਂ ਵਿੱਚ ਅਸੀਂ ਗੂੜੇ ਰੰਗ ਦੇ ਕੱਪੜੇ ਪਾਉਣਾ ਪਸੰਦ ਕਿਉਂ ਕਰਦੇ ਹਾਂ? ਇਹ ਤੁਹਾਨੂੰ ਪਿਛਲੀ ਕਿਰਿਆ ਦੁਆਰਾ ਸਮਝ ਆ ਗਿਆ ਹੈ। ਬੇਟਾ ਜਿਹੜਾ ਗੂੜਾ ਰੰਗ ਹੁੰਦਾ ਹੈ ਉਹ ਤਾਪ ਨੂੰ ਵਧੇਰੇ ਸੋਖਦਾ ਹੈ। ਹਲਕੇ ਰੰਗ ਦੀ ਤੁਲਨਾ ਵਿੱਚ ਗੂੜਾ ਰੰਗ ਤਾਪ ਦਾ ਸੋਖਣ ਵਧੇਰੇ ਕਰਦਾ ਹੈ। ਇਸ ਕਰਕੇ ਸਾਨੂੰ ਸਰਦੀਆਂ ਵਿੱਚ ਜਦੋਂ ਗੂੜੇ ਰੰਗ ਦੇ ਕੱਪੜੇ ਤਾਪ ਦਾ ਸੋਖਣ ਕਰਦੇ ਹਨ ਤਾਂ ਨਿੱਘ ਮਹਿਸੂਸ ਹੁੰਦਾ ਹੈ, ਜਿਸ ਕਰਕੇ ਸਰਦੀਆਂ ਵਿੱਚ ਸਾਨੂੰ ਸੁਖਦਾਈ ਲੱਗਦਾ ਹੈ। ਇਸ ਕਰਕੇ ਅਸੀਂ ਸਰਦੀਆਂ ਵਿੱਚ ਗੂੜੇ ਰੰਗ ਦੇ ਕੱਪੜੇ ਪਾਉਣਾ ਪਸੰਦ ਕਰਦੇ ਹਾਂ। ਤੇ ਬੇਟੇ ਗਰਮੀਆਂ ਵਿੱਚ ਅਸੀਂ ਹਲਕੇ ਰੰਗ ਦੇ ਕੱਪੜੇ ਪਹਿਨਣਾ ਪਸੰਦ ਕਰਦੇ ਹਾਂ। ਅਜਿਹਾ ਕਿਉਂ? ਬੇਟਾ ਹਲਕੇ ਰੰਗ ਦੇ ਕੱਪੜੇ ਤਾਪ ਵਿਕਿਰਨਾਂ ਨੂੰ ਵਧੇਰੇ ਮਾਤਰਾ ਵਿੱਚ ਪਰਾਵਰਤਿਤ ਕਰ ਦਿੰਦੇ ਹਨ। ਜਿਹੜਾ ਹਲਕਾ ਰੰਗ ਹੈ ਉਹ ਗੂੜੇ ਰੰਗ ਦੀ ਤੁਲਨਾ ਵਿੱਚ ਤਾਪ ਵਿਕਿਰਨਾਂ ਨੂੰ ਵਧੇਰੇ ਮਾਤਰਾ ਵਿੱਚ ਪਰਾਵਰਤਿਤ ਕਰਦਾ ਹੈ। ਇਸ ਲਈ ਅਸੀਂ ਗਰਮੀਆਂ ਵਿੱਚ ਹਲਕੇ ਰੰਗ ਦੇ ਕੱਪੜੇ ਪਾਉਂਦੇ ਹਾਂ ਤੇ ਸਾਨੂੰ ਆਰਾਮਦਾਇਕ ਮਹਿਸੂਸ ਹੁੰਦਾ ਹੈ। ਬੇਟਾ ਸਰਦੀਆਂ ਵਿੱਚ ਉੱਨੀ ਕੱਪੜੇ ਸਾਨੂੰ ਨਿੱਘੇ ਰੱਖਦੇ ਹਨ। ਤੁਸੀਂ ਕਦੀ ਸੋਚਿਆ ਕਿ ਇਹ ਅਜਿਹਾ ਕਿਵੇਂ ਹੁੰਦਾ ਹੈ? ਬੇਟਾ ਸਰਦੀਆਂ ਵਿੱਚ ਅਸੀਂ ਉੱਨੀ ਕੱਪੜੇ ਪਾਉਂਦੇ ਹਾਂ ਤੇ ਜਿਹੜੀ ਉੱਨ ਹੈ ਉਹ ਤਾਪ ਦਾ ਰੋਧਕ ਹੁੰਦੀ ਹੈ। ਮਤਲਬ ਉਹ ਆਪਣੇ ਵਿੱਚੋਂ ਤਾਪ ਨੂੰ ਆਸਾਨੀ ਨਾਲ ਲੰਘਣ ਨਹੀਂ ਦਿੰਦੀ ਤੇ ਉੱਨ ਤਾਪ ਦਾ ਰੋਧਕ ਹੁੰਦੀ ਹੈ। ਇਸ ਤੋਂ ਇਲਾਵਾ ਉੱਨ ਦੇ ਰੇਸ਼ਿਆਂ ਵਿੱਚ ਹਵਾ ਫਸੀ ਰਹਿੰਦੀ ਹੈ। ਇਹ ਹਵਾ ਸਾਡੇ ਸਰੀਰ ਦੇ ਤਾਪ ਨੂੰ ਠੰਡੇ ਆਲੇ ਦੁਆਲੇ ਵੱਲ ਵਿਕਿਰਿਤ ਹੋਣ ਤੋਂ ਰੋਕਦੀ ਹੈ। ਇਸ ਲਈ ਸਾਨੂੰ ਬਹੁਤ ਨਿੱਘ ਦਾ ਅਨੁਭਵ ਹੁੰਦਾ ਹੈ ਤੇ ਉੱਨ ਇਸ ਤਰ੍ਹਾਂ ਸਾਡੇ ਸਰੀਰ ਨੂੰ ਗਰਮ ਰੱਖਦੀ ਹੈ। ਤੇ ਹੁਣ ਤੁਹਾਨੂੰ ਪਤਾ ਚੱਲ ਗਿਆ ਕਿ ਸਰਦੀਆਂ ਵਿੱਚ ਸਾਨੂੰ ਉੱਨ ਕਿਵੇਂ ਨਿੱਘਾ ਰੱਖਦੀ ਹੈ। ਬੇਟਾ ਤੁਹਾਡੇ ਨਾਲ ਇੱਕ ਹੋਰ ਰੋਚਕ ਤੱਥ ਡਿਸਕਸ ਕਰਾਂਗੇ, ਤੁਹਾਡੀ ਜਾਣਕਾਰੀ ਵਿੱਚ ਥੋੜ੍ਹਾ ਜਿਹਾ ਵਾਧਾ ਕਰਾਂਗੇ। ਤੁਸੀਂ ਧਿਆਨ ਨਾਲ ਸਮਝਿਓ ਹੁਣ ਜੋ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ। ਬੇਟਾ ਅਸੀਂ ਆਪਣੇ ਘਰਾਂ ਨੂੰ ਠੰਡਾ ਜਾਂ ਫਿਰ ਗਰਮ ਰੱਖਣ ਲਈ
ਕੋਲਾ ਵਰਤਦੇ ਹਾਂ, ਜਾਂ ਫਿਰ ਅਸੀਂ ਆਪਣੇ ਘਰਾਂ ਨੂੰ ਠੰਡਾ ਜਾਂ ਗਰਮ ਰੱਖਣ ਲਈ ਲੱਕੜੀ ਦੀ ਵਰਤੋਂ ਕਰਦੇ ਹਾਂ, ਜਾਂ ਲੱਕੜੀ ਵਰਗੇ ਕਿਸੇ ਹੋਰ ਬਾਲਣ ਦੀ ਵਰਤੋਂ ਕਰਦੇ ਹਾਂ, ਜਾਂ ਫਿਰ ਅਸੀਂ ਅਜਿਹਾ ਕਰਨ ਲਈ ਬਿਜਲੀ ਦੀ ਵਰਤੋਂ ਕਰਦੇ ਹਾਂ। ਤੁਸੀਂ ਆਮ ਆਪਣੇ ਘਰਾਂ ਵਿੱਚ ਦੇਖਿਆ ਹੋਣਾ ਹੈ। ਅਤੇ ਬੇਟਾ, ਕੀ ਅਜਿਹੀਆਂ ਇਮਾਰਤਾਂ ਬਣਾਉਣਾ ਸੰਭਵ ਹਨ ਜਿਨ੍ਹਾਂ 'ਤੇ ਬਾਹਰ ਦੀ ਗਰਮੀ ਦਾ ਜਾਂ ਫਿਰ ਸਰਦੀ ਦਾ ਕੋਈ ਅਸਰ ਨਾ ਪੈਂਦਾ ਹੋਵੇ? ਤੁਸੀਂ ਕਦੀ ਇਹ ਸੋਚਿਆ ਕਿ ਇਸ ਤਰ੍ਹਾਂ ਦੀ ਇਮਾਰਤਾਂ ਬਣਾਈਆਂ ਜਾ ਸਕਦੀਆਂ ਹਨ ਜਾਂ ਨਹੀਂ? ਸੋਚੋ ਬੇਟਾ, ਅਜਿਹੀਆਂ ਇਮਾਰਤਾਂ ਬਣਾਉਣਾ ਸੰਭਵ ਹੈ। ਅਸਲ ਵਿੱਚ ਜੇਕਰ ਅਸੀਂ ਵਿਗਿਆਨਿਕ ਢੰਗ ਨਾਲ ਦੇਖੀਏ ਤਾਂ ਜੇਕਰ ਕਿਸੇ ਇਮਾਰਤ ਦੀ ਬਾਹਰਲੀ ਦੀਵਾਰ ਨੂੰ ਜੇ ਅਜਿਹਾ ਬਣਾਇਆ ਜਾਵੇ ਕਿ ਉਸ ਦੇ ਵਿੱਚ ਹਵਾ ਦੀ ਇੱਕ ਪਰਤ ਬੰਦ ਹੋ ਜਾਵੇ, ਮਤਲਬ ਕਿਸੇ ਇਮਾਰਤ ਦੀ ਬਾਹਰਲੀ ਦੀਵਾਰ ਨੂੰ ਕੁਝ ਇਸ ਤਰ੍ਹਾਂ ਬਣਾਉਣਾ ਹੈ, ਇਸ ਤਰ੍ਹਾਂ ਕੰਸਟਰਕਟ ਕਰਨਾ ਹੈ ਕਿ ਉਸ ਦੇ ਵਿੱਚ ਜਿਹੜੀ ਦੀਵਾਰ ਹੈ ਉਸ ਦੇ ਵਿੱਚ ਇੱਕ ਹਵਾ ਦੀ ਪਰਤ ਬੰਦ ਹੋ ਜਾਵੇ, ਤਾਂ ਅਜਿਹਾ ਸੰਭਵ ਹੋ ਸਕਦਾ ਹੈ। ਅਜਿਹਾ ਕਰਨ ਦੀ ਇੱਕ ਵਿਧੀ ਹੈ ਕਿ ਇਮਾਰਤ ਨਿਰਮਾਣ ਵਿੱਚ ਖੋਖਲੀਆਂ ਇੱਟਾਂ ਦੀ ਵਰਤੋਂ ਕੀਤੀ ਜਾਵੇ। ਅਤੇ ਅਜਿਹੀਆਂ ਖੋਖਲੀਆਂ ਇੱਟਾਂ ਅੱਜ ਕੱਲ੍ਹ ਬਾਜ਼ਾਰ ਵਿੱਚ ਉਪਲਬਧ ਹਨ, ਅੱਜ ਕੱਲ੍ਹ ਮਿਲਦੀਆਂ ਹਨ। ਅਤੇ ਜੇਕਰ ਇਹਨਾਂ ਇੱਟਾਂ ਦੀ ਅਸੀਂ ਵਰਤੋਂ ਕਰਦੇ ਹਾਂ ਤਾਂ ਅਸੀਂ ਅਜਿਹੀ ਇਮਾਰਤਾਂ ਦਾ ਨਿਰਮਾਣ ਕਰ ਸਕਾਂਗੇ ਜਿਨ੍ਹਾਂ 'ਤੇ ਬਾਹਰ ਦੀ ਗਰਮੀ ਦਾ ਜਾਂ ਫਿਰ ਸਰਦੀ ਦਾ ਕੋਈ ਅਸਰ ਨਹੀਂ ਪੈਂਦਾ। ਬੇਟਾ, ਤੁਹਾਡਾ ਅਧਿਆਇ ਤਾਂ ਸਮਾਪਤ ਹੋ ਗਿਆ ਅਤੇ ਹੁਣ ਅਸੀਂ ਕਰਾਂਗੇ ਰਿਵੀਜ਼ਨ, ਦੁਹਰਾਈ, ਅਤੇ ਤੁਹਾਨੂੰ ਦੇਵਾਂਗੇ ਘਰ ਦਾ ਕੰਮ, ਥੋੜ੍ਹਾ ਜਿਹਾ ਹੋਮਵਰਕ ਦੇਵਾਂਗੇ ਬੇਟਾ। ਅਤੇ ਸਭ ਤੋਂ ਪਹਿਲਾਂ ਤੁਸੀਂ ਇਸ ਅਧਿਆਇ ਵਿੱਚ ਪੜ੍ਹਿਆ ਕਿ ਠੋਸਾਂ ਵਿੱਚ ਅਕਸਰ ਜਿਹੜਾ ਤਾਪ ਹੈ ਉਹ ਚਾਲਨ ਵਿਧੀ ਦੁਆਰਾ ਸਥਾਨਾਂਤਰਿਤ ਹੁੰਦਾ ਹੈ, ਅਤੇ ਦਰਵਾਂ ਅਤੇ ਗੈਸਾਂ ਵਿੱਚ ਤਾਪ ਸੰਵਹਨ ਵਿਧੀ ਦੁਆਰਾ ਸਥਾਨਾਂਤਰਿਤ ਹੁੰਦਾ ਹੈ। ਤੁਹਾਨੂੰ ਅੱਜ ਦੇ ਅਧਿਆਇ ਵਿੱਚ ਮੈਂ ਸੰਵਹਨ ਵਿਧੀ ਬਾਰੇ ਚੰਗੀ ਤਰ੍ਹਾਂ ਸਮਝਾਇਆ ਬੇਟਾ। ਫਿਰ ਤੁਸੀਂ ਵਿਕਿਰਨ ਵਿਧੀ ਬਾਰੇ ਪੜ੍ਹਿਆ। ਤੁਹਾਨੂੰ ਪਤਾ ਹੈ ਕਿ ਸੂਰਜ ਤੋਂ ਜਿਹੜਾ ਤਾਪ ਸਾਨੂੰ ਪ੍ਰਾਪਤ ਹੁੰਦਾ ਹੈ ਉਹ ਵਿਕਿਰਨ ਵਿਧੀ ਦੁਆਰਾ ਸਾਡੇ ਤੱਕ ਪਹੁੰਚਦਾ ਹੈ। ਵਿਕਿਰਨ ਵਿਧੀ ਦੁਆਰਾ ਤਾਪ ਦੇ ਸਥਾਨਾਂਤਰਨ ਦੇ ਲਈ ਕਿਸੇ ਵੀ ਮਾਧਿਅਮ ਦੀ ਜ਼ਰੂਰਤ ਨਹੀਂ ਹੁੰਦੀ। ਫਿਰ ਤੁਸੀਂ ਪੜ੍ਹਿਆ ਕਿ ਜਿਹੜੇ ਪਦਾਰਥ ਆਪਣੇ ਵਿੱਚੋਂ ਤਾਪ ਨੂੰ ਆਸਾਨੀ ਨਾਲ ਪ੍ਰਵਾਹਿਤ ਹੋਣ ਦਿੰਦੇ ਹਨ ਉਹਨਾਂ ਨੂੰ ਤਾਪ ਚਾਲਕ ਕਹਿੰਦੇ ਹਨ। ਮਤਲਬ ਅਜਿਹੇ ਪਦਾਰਥ ਜਿਨ੍ਹਾਂ ਵਿੱਚੋਂ ਤਾਪ ਆਸਾਨੀ ਨਾਲ ਲੰਘ ਜਾਂਦਾ ਹੈ ਉਹਨਾਂ ਨੂੰ ਅਸੀਂ ਤਾਪ ਦੇ ਚਾਲਕ ਕਹਿੰਦੇ ਹਾਂ, ਜਿਵੇਂ ਲੋਹਾ, ਐਲੂਮੀਨੀਅਮ, ਤਾਂਬਾ ਆਦਿ। ਇਹ ਸਾਰੇ ਤਾਪ ਦੇ ਚਾਲਕ ਹਨ ਕਿਉਂਕਿ ਆਪਣੇ ਵਿੱਚੋਂ ਤਾਪ ਨੂੰ ਲੰਘਣ ਦਿੰਦੇ ਹਨ। ਫਿਰ ਜਿਹੜੇ ਪਦਾਰਥ ਆਪਣੇ ਵਿੱਚੋਂ ਤਾਪ ਨੂੰ ਆਸਾਨੀ ਨਾਲ ਨਹੀਂ ਲੰਘਣ ਦਿੰਦੇ ਉਹਨਾਂ ਨੂੰ ਅਸੀਂ ਤਾਪ ਦੇ ਰੋਧਕ ਜਾਂ ਕੁਚਾਲਕ ਕਹਿ ਦਿੰਦੇ ਹਾਂ, ਜਿਵੇਂ ਪਲਾਸਟਿਕ, ਲੱਕੜੀ, ਫਿਰ ਉੱਨ ਹੋ ਗਈ, ਕੱਚ ਹੋ ਗਿਆ। ਇਹ ਸਾਰੇ ਪਦਾਰਥ ਆਪਣੇ ਵਿੱਚੋਂ ਤਾਪ ਨੂੰ ਲੰਘਣ ਨਹੀਂ ਦਿੰਦੇ। ਕਿਉਂਕਿ ਆਪਣੇ ਵਿੱਚੋਂ ਤਾਪ ਨੂੰ ਨਹੀਂ ਲੰਘਣ ਦਿੰਦੇ ਇਸ ਕਰਕੇ ਇਹ ਤਾਪ ਦੇ ਕੁਚਾਲਕ ਹਨ। ਫਿਰ ਤੁਸੀਂ ਪੜ੍ਹਿਆ ਕਿ ਗੂੜ੍ਹੇ ਰੰਗ ਦੀਆਂ ਵਸਤਾਂ ਹਲਕੇ ਰੰਗ ਦੀਆਂ ਵਸਤਾਂ ਦੀ ਤੁਲਨਾ ਵਿੱਚ ਤਾਪ ਵਿਕਿਰਨਾਂ ਨੂੰ ਵਧੇਰੇ ਸੋਖਿਤ ਕਰਦੀਆਂ ਹਨ, ਅਤੇ ਕਿਉਂਕਿ ਇਹ ਗੂੜ੍ਹੇ ਰੰਗ ਦੀਆਂ ਵਸਤਾਂ ਤਾਪ ਵਿਕਿਰਨਾਂ ਨੂੰ ਵਧੇਰੇ ਸੋਖਿਤ ਕਰਦੀਆਂ ਹਨ ਇਸ ਕਰਕੇ ਸਰਦੀਆਂ ਵਿੱਚ ਅਸੀਂ ਗੂੜ੍ਹੇ ਰੰਗ ਦੇ ਕੱਪੜੇ ਪਾਉਂਦੇ ਹਾਂ ਅਤੇ ਗਰਮੀਆਂ ਵਿੱਚ ਅਸੀਂ ਹਲਕੇ ਰੰਗ ਦੇ ਕੱਪੜੇ ਪਾ ਕੇ ਆਰਾਮ ਮਹਿਸੂਸ ਕਰਦੇ ਹਾਂ। ਫਿਰ ਤੁਸੀਂ ਪੜ੍ਹਿਆ ਕਿ ਸਰਦੀਆਂ ਵਿੱਚ ਅਸੀਂ ਉੱਨੀ ਕੱਪੜੇ ਪਾਉਂਦੇ ਹਾਂ ਅਤੇ ਉੱਨੀ ਕੱਪੜੇ ਸਾਨੂੰ ਗਰਮ ਰੱਖਦੇ ਹਨ। ਇਹ ਸਾਨੂੰ ਕਿਸ ਤਰ੍ਹਾਂ ਗਰਮ ਰੱਖਦੇ ਹਨ? ਕਿਉਂਕਿ ਉੱਨ ਤਾਪ ਰੋਧੀ ਹੈ, ਇਹ ਤਾਪ ਨੂੰ ਆਪਣੇ ਵਿੱਚੋਂ ਲੰਘਣ ਨਹੀਂ ਦੇਗੀ, ਅਤੇ ਇਸ ਤੋਂ ਇਲਾਵਾ ਉੱਨ ਦੇ ਰੇਸ਼ਿਆਂ ਵਿੱਚ ਹਵਾ ਫਸ ਜਾਂਦੀ ਹੈ। ਇਹ ਹਵਾ ਸਾਡੇ ਸਰੀਰ ਦੇ ਤਾਪ ਨੂੰ ਠੰਡੇ ਆਲੇ ਦੁਆਲੇ ਵੱਲ ਵਿਕਰਿਤ ਹੋਣ ਤੋਂ ਰੋਕਦੀ ਹੈ। ਇਸ ਲਈ ਇਹ ਸਾਨੂੰ ਨਿੱਘਾ ਰੱਖਦੀ ਹੈ, ਸਾਨੂੰ ਨਿੱਘ ਦਾ ਅਨੁਭਵ ਹੁੰਦਾ ਹੈ। ਇਸ ਕਰਕੇ ਸਰਦੀਆਂ ਵਿੱਚ ਅਸੀਂ ਉੱਨ ਦੇ ਕੱਪੜੇ ਪਾਉਂਦੇ ਹਾਂ। ਬੇਟਾ, ਇਹ ਤਾਂ ਅਸੀਂ ਅੱਜ ਦਾ ਜਿੰਨਾ ਵੀ ਟੌਪਿਕ ਪੜ੍ਹਿਆ ਉਸ ਦੀ ਦੁਹਰਾਈ ਕੀਤੀ, ਅਤੇ ਹੁਣ ਤੁਹਾਡੇ ਲਈ ਛੋਟਾ ਜਿਹਾ ਹੋਮਵਰਕ ਹੈ, ਤੁਸੀਂ ਨੋਟ ਕਰ ਲਓ। ਬੇਟਾ, ਪ੍ਰਸ਼ਨ ਹੈ ਤਾਪ ਚਾਲਕ ਅਤੇ ਤਾਪ ਰੋਧਕ ਹਰ ਇੱਕ ਦੇ 2 ਉਦਾਹਰਨ ਦਿਓ। ਗਿਵ 2 ਐਗਜ਼ਾਮਪਲਸ each of conductors and insulators of heat। ਮੈਂ ਫਿਰ ਤੋਂ ਰਿਪੀਟ ਕਰ ਰਹੀ ਹਾਂ, ਤਾਪ ਚਾਲਕ ਅਤੇ ਤਾਪ ਰੋਧਕ ਹਰ ਇੱਕ ਦੇ 2 ਉਦਾਹਰਨ ਦਿਓ। ਗਿਵ 2 examples
ਈਚ ਆਫ ਕੰਡਕਟਰਸ ਐਂਡ ਇੰਸੂਲੇਟਰਸ ਆਫ ਹੀਟ। ਬੇਟੇ ਇਹ ਕੰਮ ਤੁਸੀਂ ਆਪਣੀ ਕਾਪੀਆਂ ਵਿੱਚ ਵੀ ਨੋਟ ਕਰ ਲੈਣਾ ਹੈ ਅਤੇ ਆਪਣੇ ਵਿਸ਼ਾ ਅਧਿਆਪਕ ਤੋਂ ਚੈੱਕ ਵੀ ਕਰਵਾ ਲੈਣਾ ਹੈ। ਹੁਣ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਪੂਰਾ ਟੌਪਿਕ ਚੰਗੀ ਤਰ੍ਹਾਂ ਸਮਝ ਆ ਗਿਆ ਹੈ ਅਤੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਯਾਦ ਵੀ ਕਰ ਲਓਗੇ। ਧੰਨਵਾਦ।